ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਰਾਜਬੀਰ ਕੌਰ ਹੈ। ਮੈਂ ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਵਿਖੇ ਬਤੌਰ ਪੰਜਾਬੀ ਅਧਿਆਪਿਕਾ ਸੇਵਾ ਨਿਭਾ ਰਹੀ ਹਾਂ। ਅੱਜ ਅਸੀਂ 8ਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਿਲ ਲੇਖ ਟੈਲੀਵਿਜ਼ਨ ਦੇ ਲਾਭ ਹਾਨੀਆਂ ਬਾਰੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਲੇਖ ਰਚਨਾ ਬਾਰੇ। ਲੇਖ ਰਚਨਾ ਕੀ ਹੈ? ਲੇਖ ਛੋਟੇ ਆਕਾਰ ਦੀ ਉਸ ਵਾਰਤਕ ਰਚਨਾ ਦਾ ਨਾਂ ਹੈ ਜਿਸ ਵਿੱਚ ਕਿਸੇ ਦਿੱਤੇ ਗਏ ਵਿਸ਼ੇ ਸੰਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ ਅਥਵਾ ਆਪਣੇ ਵਿਚਾਰ ਪ੍ਰਗਟਾਏ ਜਾਂਦੇ ਹਨ। ਇਹ ਵਿਚਾਰ ਇੱਕ ਖਾਸ ਤਰਤੀਬ ਵਿੱਚ ਹੁੰਦੇ ਹਨ। ਇਸ ਤਰ੍ਹਾਂ ਕਿਸੇ ਦਿੱਤੇ ਵਿਸ਼ੇ ਉੱਤੇ ਵਾਰਤਕ ਵਿੱਚ ਕੀਤੀ ਰਚਨਾ ਨੂੰ ਲੇਖ ਕਹਿੰਦੇ ਹਨ। ਲੇਖ ਦੇ 3 ਜ਼ਰੂਰੀ ਪੱਖ ਹਨ। ਪਹਿਲਾ ਹੈ ਵਿਚਾਰ ਜਾਂ ਵਿਸ਼ਾ। ਲੇਖ ਵਿੱਚ ਪ੍ਰਗਟ ਕੀਤਾ ਅਨੁਭਵ ਲੇਖ ਦਾ ਬਹੁਤ ਜ਼ਰੂਰੀ ਹਿੱਸਾ ਹੁੰਦਾ ਹੈ। ਇਸ ਵਿੱਚ ਜੀਵਨ ਦੇ ਕਿਸੇ ਇੱਕ ਪੱਖ ਨੂੰ ਜਾਂ ਜੀਵਨ ਦੇ ਕਿਸੇ ਵਿਚਾਰ ਨੂੰ ਪ੍ਰਗਟਾਇਆ ਜਾ ਸਕਦਾ ਹੈ। ਛੋਟੀ ਤੋਂ ਛੋਟੀ ਅਤੇ ਵੱਡੀ ਤੋਂ ਵੱਡੀ ਚੀਜ਼ ਉੱਤੇ ਲੇਖ ਲਿਖਿਆ ਜਾ ਸਕਦਾ ਹੈ। ਲੇਖ ਲਈ ਵਿਸ਼ਾ ਉਹ ਚੁਣੋ ਜਿਸ ਬਾਰੇ ਪੂਰੀ ਜਾਣਕਾਰੀ ਹੋਵੇ। ਲੇਖ ਲਿਖਣ ਲਈ ਪਹਿਲਾ ਕਦਮ ਲੇਖ ਦੇ ਸਿਰਲੇਖ ਨੂੰ ਧਿਆਨ ਨਾਲ ਪੜ੍ਹਨਾ ਹੈ। ਇਸ ਨੂੰ ਠੀਕ ਤਰ੍ਹਾਂ ਸਮਝਣ ਨਾਲ ਪਤਾ ਲੱਗਦਾ ਹੈ ਕਿ ਲੇਖ ਵਿੱਚ ਕੀ ਕੁਝ ਲਿਖਿਆ ਜਾਣਾ ਚਾਹੀਦਾ ਹੈ। ਲੇਖ ਲਿਖਣ ਲਈ ਦੂਜਾ ਕਦਮ ਦਿੱਤੇ ਸਿਰਲੇਖ ਨਾਲ ਸੰਬੰਧਿਤ ਸਮੱਗਰੀ ਦੀ ਜਾਣਕਾਰੀ ਪ੍ਰਾਪਤ ਕਰਨਾ ਹੁੰਦਾ ਹੈ। ਕਿਸੇ ਵਿਸ਼ੇ ਉੱਤੇ ਲੇਖ ਲਿਖਣ ਲਈ ਲੋੜੀਂਦੀ ਸਮੱਗਰੀ ਵਿਦਿਆਰਥੀ ਨੂੰ ਪਾਠ ਪੁਸਤਕਾਂ, ਆਮ ਗਿਆਨ ਦੀਆਂ ਪੁਸਤਕਾਂ, ਰਿਸਾਲੇ, ਅਖਬਾਰਾਂ, ਰੇਡੀਓ, ਟੈਲੀਵਿਜ਼ਨ, ਇੰਟਰਨੈਟ, ਜਨਤਕ ਥਾਵਾਂ ਅਤੇ ਸਤਿਕਾਰਯੋਗ ਅਧਿਆਪਕਾਂ ਤੋਂ ਪ੍ਰਾਪਤ ਹੋ ਸਕਦੀ ਹੈ। ਲੇਖ ਦੇ ਵਿਸ਼ੇ ਨੂੰ ਸਪਸ਼ਟ, ਸਰਲ ਅਤੇ ਸਾਦੇ ਢੰਗ ਨਾਲ ਬਿਆਨ ਕੀਤਾ ਜਾਣਾ ਚਾਹੀਦਾ ਹੈ। ਵਿਸ਼ੇ ਤੋਂ ਇਲਾਵਾ ਭਾਸ਼ਾ ਵੀ ਲੇਖ ਦਾ ਜ਼ਰੂਰੀ ਪੱਖ ਹੈ ਕਿਉਂਕਿ ਲੇਖ ਲਿਖਿਆ ਹੀ ਵਾਰਤਕ ਵਿੱਚ ਜਾਂਦਾ ਹੈ ਅਤੇ ਇਸ ਦੀ ਰਚਨਾ ਸਮੇਂ ਭਾਸ਼ਾ ਦੀ ਸਰਲਤਾ ਅਤੇ ਵਿਆਕਰਣ ਦੇ ਨਿਯਮਾਂ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ। ਸ਼ੁੱਧ ਅਤੇ ਸਰਲ ਭਾਸ਼ਾ ਲੇਖ ਲਈ ਬਹੁਤ ਜ਼ਰੂਰੀ ਹੈ। ਭਾਸ਼ਾ ਵਿਆਕਰਨਿਕ ਤੌਰ 'ਤੇ ਸ਼ੁੱਧ ਹੋਵੇ। ਲੇਖ ਵਿੱਚ ਵਰਤੀ ਗਈ ਭਾਸ਼ਾ ਮਿਆਰੀ ਹੋਵੇ। ਸ਼ਬਦ ਜੋੜ ਮਿਆਰੀ ਅਤੇ ਪ੍ਰਵਾਨਿਤ ਹੋਣ। ਸ਼ੈਲੀ ਵੀ ਲੇਖ ਦਾ ਜ਼ਰੂਰੀ ਪੱਖ ਹੈ। ਸਧਾਰਨ ਰੂਪ ਵਿੱਚ ਸ਼ੈਲੀ ਨੂੰ ਬਿਆਨ ਕਰਨ ਦਾ ਢੰਗ ਹੀ ਆਖਿਆ ਜਾ ਸਕਦਾ ਹੈ। ਚੰਗੇ ਵਿਚਾਰਾਂ ਨੂੰ ਸ਼ੁੱਧ ਭਾਸ਼ਾ ਵਿੱਚ ਬੱਝਵੇਂ, ਲੜੀਵਾਰ ਅਤੇ ਜ਼ੋਰਦਾਰ ਢੰਗ ਨਾਲ ਬਿਆਨ ਕਰਨਾ ਵੀ ਬਹੁਤ ਜ਼ਰੂਰੀ ਹੈ। ਲਿਖਤ ਦਾ ਪ੍ਰਭਾਵ ਵਾਕ ਵਿੱਚ ਢੁਕਵੇਂ ਸ਼ਬਦਾਂ, ਲੋੜੀਂਦੇ ਮੁਹਾਵਰਿਆਂ, ਅਖੌਤਾਂ ਆਦਿ ਦੀ ਸੁਚੱਜੀ ਵਰਤੋਂ ਨਾਲ ਵੱਧਦਾ ਹੈ। ਹੁਣ ਅਸੀਂ
ਟੈਲੀਵਿਜ਼ਨ ਦੇ ਲਾਭ ਹਾਨੀਆਂ ਲੇਖ ਬਾਰੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਹੈ ਭੂਮਿਕਾ। ਅੱਜ ਦਾ ਯੁੱਗ ਵਿਗਿਆਨ ਦਾ ਯੁੱਗ ਹੈ। ਵਿਗਿਆਨ ਨੇ ਬਹੁਤ ਹੀ ਹੈਰਾਨੀਜਨਕ ਅਤੇ ਮਹੱਤਵਪੂਰਨ ਕਾਢਾਂ ਕੱਢੀਆਂ ਹਨ। ਇਹਨਾਂ ਕਾਢਾਂ ਨੇ ਮਨੁੱਖੀ ਜੀਵਨ ਨੂੰ ਸੁਖਮਈ ਬਣਾ ਦਿੱਤਾ ਹੈ। ਵਰਤਮਾਨ ਸਮੇਂ ਵਿੱਚ ਭਾਵੇਂ ਵਿਗਿਆਨ ਨੇ ਸਾਨੂੰ ਮਨੋਰੰਜਨ ਦੇ ਬਹੁਤ ਵਧੀਆ ਸਾਧਨ ਮੁਹੱਈਆ ਕੀਤੇ ਹਨ, ਪਰ ਟੈਲੀਵਿਜ਼ਨ ਇੱਕ ਅਜਿਹਾ ਸਾਧਨ ਹੈ ਜਿਸ ਨੇ ਮਨੋਰੰਜਨ ਦੀ ਦੁਨੀਆ ਵਿੱਚ ਇੱਕ ਇਨਕਲਾਬ ਜਿਹਾ ਲੈ ਆਂਦਾ ਹੈ। ਟੈਲੀਵਿਜ਼ਨ ਆਧੁਨਿਕ ਵਿਗਿਆਨ ਦੀ ਇੱਕ ਅਦਭੁਤ ਕਾਢ। ਟੈਲੀਵਿਜ਼ਨ ਭਾਵ ਦੂਰਦਰਸ਼ਨ ਆਧੁਨਿਕ ਵਿਗਿਆਨ ਦੀ ਇੱਕ ਅਦਭੁਤ ਕਾਢ ਹੈ। ਇਸ ਵਿੱਚ ਰੇਡੀਓ ਅਤੇ ਸਿਨੇਮਾ ਦੋਵਾਂ ਦੇ ਗੁਣ ਸਮੋਏ ਪਏ ਹਨ। ਇਸ ਦਾ ਵਰਤਮਾਨ ਦਿਲ ਪਰਚਾਵੇ ਦੇ ਸਾਧਨਾਂ ਵਿੱਚ ਆਪਣਾ ਮੌਲਿਕ ਅਤੇ ਵਿਸ਼ੇਸ਼ ਸਥਾਨ ਹੈ। ਟੈਲੀਵਿਜ਼ਨ 20ਵੀਂ ਸਦੀ ਦੀ ਇੱਕ ਮਹੱਤਵਪੂਰਨ ਕਾਢ ਹੈ। ਭਾਰਤ ਵਿੱਚ ਇਹ ਦਿਨੋਂ ਦਿਨ ਹਰਮਨ ਪਿਆਰਾ ਹੋ ਰਿਹਾ ਹੈ। ਟੈਲੀਵਿਜ਼ਨ ਦੀ ਕਾਢ। ਟੈਲੀਵਿਜ਼ਨ ਦੀ ਕਾਢ 1875 ਈਸਵੀ ਵਿੱਚ ਕੱਢੀ ਗਈ। ਪਹਿਲਾਂ ਤਸਵੀਰਾਂ ਕੁਝ ਧੁੰਦਲੀਆਂ ਜਿਹੀਆਂ ਹੁੰਦੀਆਂ ਸਨ। ਹੌਲੀ ਹੌਲੀ ਵਿਗਿਆਨ ਨੇ ਤਬਦੀਲੀਆਂ ਕਰਕੇ ਇਸ ਨੂੰ ਦਿਲ ਪਰਚਾਵੇ ਦਾ ਵਧੀਆ ਸਾਧਨ ਬਣਾ ਦਿੱਤਾ ਹੈ। ਟੈਲੀਵਿਜ਼ਨ ਦਾ ਪਹਿਲਾ ਪ੍ਰਯੋਗ ਸੰਨ 1925 ਵਿੱਚ ਬ੍ਰਿਟੇਨ ਦੇ ਜਾਨ ਐਲ ਬੇਅਰਡ ਨੇ ਕੀਤਾ ਸੀ। ਭਾਰਤ ਵਿੱਚ ਟੈਲੀਵਿਜ਼ਨ ਦਾ ਪ੍ਰਸਾਰਣ। ਭਾਰਤ ਵਿੱਚ ਟੈਲੀਵਿਜ਼ਨ ਦਾ ਪ੍ਰਸਾਰਣ ਸੰਨ 1959 ਵਿੱਚ ਹੋਇਆ ਸੀ। ਭਾਰਤ ਵਿੱਚ ਸਭ ਤੋਂ ਪਹਿਲਾਂ ਟੈਲੀਵਿਜ਼ਨ ਇੱਕ ਨੁਮਾਇਸ਼ ਵਿੱਚ ਆਇਆ ਸੀ। ਅਕਤੂਬਰ 1959 ਵਿੱਚ ਡਾਕਟਰ ਰਾਜਿੰਦਰ ਪ੍ਰਸਾਦ ਨੇ ਦਿੱਲੀ ਵਿਖੇ ਆਕਾਸ਼ਵਾਣੀ ਦੇ ਟੈਲੀਵਿਜ਼ਨ ਵਿਭਾਗ ਦਾ ਉਦਘਾਟਨ ਕੀਤਾ। ਫਿਰ ਇਸ ਦਾ ਦੇਸ਼ ਦੇ ਹੋਰਨਾਂ ਭਾਗਾਂ ਵਿੱਚ ਵਿਕਾਸ ਹੋਇਆ। ਮਗਰੋਂ ਉਪਗ੍ਰਹਿਾਂ ਦੀ ਮਦਦ ਨਾਲ ਭਾਰਤ ਦੇ ਟੈਲੀਵਿਜ਼ਨ ਪ੍ਰਸਾਰਣ ਨੂੰ ਦੂਰ ਦੀਆਂ ਥਾਵਾਂ ਉੱਤੇ ਭੇਜਣਾ ਸੰਭਵ ਹੋ ਗਿਆ ਹੈ ਅਤੇ ਇਸ ਤਰ੍ਹਾਂ ਭਾਰਤ ਵਿੱਚ ਟੈਲੀਵਿਜ਼ਨ ਦਿਨੋਂ ਦਿਨ ਵਿਕਸਿਤ ਹੋ ਰਿਹਾ ਹੈ। ਅੱਜ ਕੱਲ੍ਹ ਬਹੁਤ ਸਾਰੇ ਕੇਬਲ ਟੀਵੀ ਪ੍ਰੋਗਰਾਮ ਸ਼ੁਰੂ ਹੋ ਚੁੱਕੇ ਹਨ। ਟੈਲੀਵਿਜ਼ਨ ਦੇ ਬਹੁਤ ਸਾਰੇ ਲਾਭ ਹਨ। ਪਹਿਲਾ ਲਾਭ ਹੈ ਕਿ ਟੈਲੀਵਿਜ਼ਨ ਹਰੇਕ ਘਰ ਦੀ ਸ਼ਾਨ ਹੈ। ਅਜੋਕੇ ਸਮੇਂ ਵਿੱਚ ਟੈਲੀਵਿਜ਼ਨ ਹਰੇਕ ਘਰ ਦੀ ਸ਼ਾਨ ਬਣ ਗਿਆ ਹੈ। ਆਦਮੀ ਘਰ ਬੈਠਿਆਂ ਦੇਸ਼ ਵਿਦੇਸ਼ ਦੀਆਂ ਤਾਜ਼ਾ ਖਬਰਾਂ ਅਤੇ ਅਹਿਮ ਘਟਨਾਵਾਂ ਦੀ ਜਾਣਕਾਰੀ ਪ੍ਰਾਪਤ ਕਰਦਾ ਹੈ। ਮਨੁੱਖ ਫਿਲਮਾਂ, ਨਾਟਕਾਂ ਅਤੇ ਗੀਤਾਂ ਰਾਹੀਂ ਆਪਣਾ ਮਨੋਰੰਜਨ ਕਰਦਾ ਹੈ। ਟੈਲੀਵਿਜ਼ਨ ਰਾਹੀਂ ਖੇਤੀਬਾੜੀ, ਮੌਸਮ, ਸਿਹਤ, ਉਦਯੋਗ, ਵਿਗਿਆਨ, ਖੇਡਾਂ ਅਤੇ ਪੜ੍ਹਾਈ ਵਰਗੇ ਕਈ ਮਹੱਤਵਪੂਰਨ ਵਿਸ਼ਿਆਂ ਬਾਰੇ ਜਾਣਕਾਰੀ ਵਿਸ਼ਾ ਮਾਹਿਰਾਂ ਦੁਆਰਾ ਦਿੱਤੀ ਜਾਂਦੀ ਹੈ। ਟੈਲੀਵਿਜ਼ਨ ਮਨੋਰੰਜਨ ਦਾ ਸਾਧਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਟੈਲੀਵਿਜ਼ਨ ਮਨੋਰੰਜਨ ਦਾ ਇੱਕ ਬਹੁਤ ਵੱਡਾ ਸਾਧਨ ਹੈ। ਜੇ ਕਹਿ ਲਈਏ ਕਿ ਟੈਲੀਵਿਜ਼ਨ ਸਾਡੇ ਜੀਵਨ ਦੀ ਰੂਹ ਦੀ ਖੁਰਾਕ ਹੈ ਤਾਂ ਗਲਤ ਨਹੀਂ ਹੋਵੇਗਾ। ਇਸ ਦੁਆਰਾ ਅਸੀਂ ਫਿਲਮਾਂ, ਨਾਚ ਗਾਣੇ ਅਤੇ ਨਾਟਕ ਆਦਿ ਦਾ ਘਰ ਬੈਠੇ ਹੀ ਆਨੰਦ ਮਾਣਦੇ ਹਾਂ। ਦਿਨ ਭਰ ਦਾ ਥਕੇਵਾਂ ਟੈਲੀਵਿਜ਼ਨ ਦੇ ਪ੍ਰੋਗਰਾਮ ਦੇਖ ਕੇ ਉੱਡ ਜਾਂਦਾ ਹੈ। ਅਜਿਹੇ ਪ੍ਰੋਗਰਾਮਾਂ ਨੂੰ ਦੇਖ ਕੇ ਅੱਕਿਆ ਥੱਕਿਆ ਮਨੁੱਖ ਰਾਹਤ ਮਹਿਸੂਸ ਕਰਦਾ ਹੈ। ਇਸ ਪ੍ਰਕਾਰ ਟੈਲੀਵਿਜ਼ਨ ਹਰ ਉਮਰ ਅਤੇ ਹਰ ਰੁਚੀ ਦੇ ਮਨੁੱਖ ਲਈ ਰਾਤ ਦਿਨ ਦਿਲ ਪਰਚਾਵਾ ਕਰਦਾ ਹੈ।
ਟੈਲੀਵਿਜ਼ਨ ਸਿੱਖਿਆ ਦੇ ਪਸਾਰ ਵਿੱਚ ਵਾਧਾ ਕਰਨ ਦਾ ਸਫਲ ਸਾਧਨ। ਟੈਲੀਵਿਜ਼ਨ ਸਿੱਖਿਆ ਦੇ ਪਸਾਰ ਵਿੱਚ ਵਾਧਾ ਕਰਨ ਦਾ ਸਫਲ ਸਾਧਨ ਹੈ। ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਲਈ ਵੱਖ-ਵੱਖ ਵਿਸ਼ਿਆਂ 'ਤੇ ਭਾਸ਼ਣਾਂ ਦਾ ਪ੍ਰਸਾਰਣ ਕੀਤਾ ਜਾਂਦਾ ਹੈ। ਇਹ ਭਾਸ਼ਣ ਤਜਰਬੇਕਾਰ ਵਿਸ਼ਾ ਮਾਹਿਰਾਂ ਦੁਆਰਾ ਦਿੱਤੇ ਜਾਂਦੇ ਹਨ, ਜਿਸ ਨਾਲ ਵਿਦਿਆਰਥੀਆਂ ਦੀ ਜਾਣਕਾਰੀ ਵਿੱਚ ਬਹੁਤ ਵਾਧਾ ਹੁੰਦਾ ਹੈ। ਵਾਦ ਵਿਵਾਦ, ਚਿੱਤਰਕਾਰੀ ਅਤੇ ਕੁਇਜ਼ ਮੁਕਾਬਲੇ ਵਿਦਿਆਰਥੀਆਂ ਵਿੱਚ ਉਤਸੁਕਤਾ ਅਤੇ ਉਤਸ਼ਾਹ ਪੈਦਾ ਕਰਦੇ ਹਨ। ਇਸ ਰਾਹੀਂ ਵਿਦਿਆਰਥੀਆਂ ਨੂੰ ਸਿੱਖਿਆ ਦਿੱਤੀ ਜਾ ਰਹੀ ਹੈ। ਟੈਲੀਵਿਜ਼ਨ ਇਸ ਪ੍ਰਸੰਗ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਟੈਲੀਵਿਜ਼ਨ ਗਿਆਨ ਦਾ ਸੋਮਾ। ਟੈਲੀਵਿਜ਼ਨ ਗਿਆਨ ਦਾ ਇੱਕ ਸੋਮਾ ਹੈ। ਇਸ ਦੇ ਪ੍ਰੋਗਰਾਮ ਸਾਨੂੰ ਜੀਵਨ ਦੇ ਵੱਖ-ਵੱਖ ਪੱਖਾਂ ਬਾਰੇ ਗਿਆਨ ਦਿੰਦੇ ਹਨ। ਕਾਨੂੰਨ, ਸਿਹਤ, ਵਿਗਿਆਨ ਅਤੇ ਖੇਤੀਬਾੜੀ ਦੇ ਅਨੇਕਾਂ ਪੱਖਾਂ ਬਾਰੇ ਟੈਲੀਵਿਜ਼ਨ ਸਾਨੂੰ ਮਹੱਤਵਪੂਰਨ ਜਾਣਕਾਰੀ ਦਿੰਦਾ ਹੈ। ਭਿੰਨ-ਭਿੰਨ ਵਿਸ਼ਿਆਂ ਬਾਰੇ ਜਾਣਕਾਰੀ। ਟੈਲੀਵਿਜ਼ਨ ਦਾ ਅਗਲਾ ਲਾਭ ਇਹ ਹੈ ਕਿ ਇਸ ਰਾਹੀਂ ਸਾਨੂੰ ਭਿੰਨ-ਭਿੰਨ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਰਾਹੀਂ ਚੀਜ਼ਾਂ ਦੇ ਪ੍ਰਦਰਸ਼ਨ ਪੇਸ਼ ਕੀਤੇ ਜਾਂਦੇ ਹਨ, ਜਿਸ ਨਾਲ ਸਾਡੇ ਗਿਆਨ ਵਿੱਚ ਬਹੁਤ ਵਾਧਾ ਹੁੰਦਾ ਹੈ। ਇਸ ਗਿਆਨ ਤੋਂ ਵਿਦਿਆਰਥੀ, ਵਪਾਰੀ, ਕਿੱਤਾਕਾਰ, ਚਿਕਿਤਸਕ, ਰੋਗੀ, ਲਿਖਾਰੀ, ਕਿਸਾਨ, ਗੱਲ ਕੀ ਹਰ ਮਨੁੱਖ ਲਾਭ ਪ੍ਰਾਪਤ ਕਰਕੇ ਆਪਣਾ ਜੀਵਨ ਚੰਗੇਰਾ ਬਣਾ ਸਕਦਾ ਹੈ। ਇਸ ਤੋਂ ਸਾਨੂੰ ਕੁਦਰਤੀ ਆਫਤਾਂ ਤੋਂ ਬਚਾਓ ਅਤੇ ਰੋਗਾਂ ਦੇ ਨਿਵਾਰਨ ਲਈ ਵੀ ਬਹੁਮੁੱਲੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਰੋਜ਼ਾਨਾ ਵਾਪਰਦੀਆਂ ਘਟਨਾਵਾਂ ਬਾਰੇ ਜਾਣਕਾਰੀ। ਟੈਲੀਵਿਜ਼ਨ ਦੁਨੀਆ ਭਰ ਵਿੱਚ ਵਾਪਰਦੀਆਂ ਘਟਨਾਵਾਂ ਬਾਰੇ ਸਾਨੂੰ ਜਾਣਕਾਰੀ ਦਿੰਦਾ ਹੈ। ਜਿਹੜੀ ਖਬਰ ਅਖਬਾਰ ਵਿੱਚ ਅਗਲੇ ਦਿਨ ਆਉਣੀ ਹੁੰਦੀ ਹੈ, ਉਹ ਟੈਲੀਵਿਜ਼ਨ 'ਤੇ ਉਸੇ ਦਿਨ ਜਾਂ ਲਗਭਗ ਉਸੇ ਵੇਲੇ ਦੱਸ ਦਿੱਤੀ ਜਾਂਦੀ ਹੈ। ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਵਾਪਰੀ ਕਿਸੇ ਘਟਨਾ ਦੀ ਖਬਰ ਕੁਝ ਮਿੰਟਾਂ ਵਿੱਚ ਹੀ ਟੈਲੀਵਿਜ਼ਨ ਰਾਹੀਂ ਲੋਕਾਂ ਤੱਕ ਪਹੁੰਚ ਜਾਂਦੀ ਹੈ। ਟੈਲੀਵਿਜ਼ਨ ਦਾ ਵਪਾਰਿਕ ਅਦਾਰਿਆਂ ਨੂੰ ਲਾਭ। ਟੈਲੀਵਿਜ਼ਨ ਦਾ ਵਪਾਰਿਕ ਅਦਾਰਿਆਂ ਨੂੰ ਵੀ ਬਹੁਤ ਲਾਭ ਹੁੰਦਾ ਹੈ। ਇਸ ਰਾਹੀਂ ਵਪਾਰੀ ਲੋਕ ਆਪਣੇ ਮਾਲ ਦੀ ਮਸ਼ਹੂਰੀ ਕਰਕੇ ਲਾਭ ਕਮਾਉਂਦੇ ਹਨ। ਕਿਸੇ ਵੀ ਚੀਜ਼ ਦਾ ਨਵਾਂ ਉਤਪਾਦਨ ਹੋਵੇ ਤਾਂ ਟੈਲੀਵਿਜ਼ਨ ਰਾਹੀਂ ਇਸ ਦੀ ਜਾਣਕਾਰੀ ਲੋਕਾਂ ਨੂੰ ਦਿੱਤੀ ਜਾਂਦੀ ਹੈ। ਵਪਾਰੀਆਂ ਲਈ ਟੈਲੀਵਿਜ਼ਨ ਵਰਦਾਨ ਸਿੱਧ ਹੋਇਆ ਹੈ। ਨਾਟਕਾਂ, ਫਿਲਮਾਂ ਜਾਂ ਹੋਰ ਪ੍ਰੋਗਰਾਮਾਂ ਦੇ ਪ੍ਰਸਾਰਣ ਦੌਰਾਨ ਕਈ ਤਰ੍ਹਾਂ ਦੀਆਂ ਮਸ਼ਹੂਰੀਆਂ ਦਿੱਤੀਆਂ ਜਾਂਦੀਆਂ ਹਨ। ਇਸ ਤਰ੍ਹਾਂ ਟੈਲੀਵਿਜ਼ਨ ਅਦਾਰੇ ਨੂੰ ਵੀ ਆਰਥਿਕ ਲਾਭ ਹੁੰਦਾ ਹੈ ਅਤੇ ਵਪਾਰੀ ਆਪਣੇ ਉਤਪਾਦਨ ਲੋਕਾਂ ਵਿੱਚ ਖਰੀਦਣ ਲਈ ਉਤੇਜਨਾ ਪੈਦਾ ਕਰਦੇ ਹਨ। ਆਮ ਵਾਕਫੀਅਤ ਵਿੱਚ ਵਾਧਾ। ਇਸ ਦੁਆਰਾ ਬੰਦੇ ਦੀ ਆਮ ਵਾਕਫੀਅਤ ਵਿੱਚ ਬਹੁਤ ਵਾਧਾ ਹੁੰਦਾ ਹੈ। ਵਿਦਵਾਨਾਂ ਦੇ ਭਾਸ਼ਣ, ਮੁਲਾਕਾਤਾਂ ਸਾਡੇ ਗਿਆਨ ਵਿੱਚ ਵਾਧਾ ਕਰਦੇ ਹਨ। ਹਰ ਖੇਤਰ ਦਾ ਆਦਮੀ ਸਿਨੇਮਾ ਤੋਂ ਲਾਭ ਉਠਾਉਂਦਾ ਹੈ, ਜਿਵੇਂ ਕਿਸਾਨ ਖੇਤੀਬਾੜੀ, ਵਪਾਰੀ ਵਪਾਰਕ ਜਾਣਕਾਰੀ ਅਤੇ ਉਦਯੋਗਪਤੀ ਆਪਣੇ ਉਦਯੋਗ ਨੂੰ ਵਧਾਉਣ ਲਈ ਲਾਭ ਉਠਾਉਂਦਾ ਹੈ। ਖੇਡਾਂ ਦਾ ਸਿੱਧਾ ਪ੍ਰਸਾਰਣ ਤਾਂ ਵਿਅਕਤੀ ਨੂੰ ਟੈਲੀਵਿਜ਼ਨ ਦੇ ਕੋਲੋਂ ਉੱਠਣ ਹੀ ਨਹੀਂ ਦਿੰਦਾ। ਟੈਲੀਵਿਜ਼ਨ ਰੁਜ਼ਗਾਰ ਦਾ ਚੰਗਾ ਸਾਧਨ। ਦੇਸ਼ ਵਿੱਚ ਟੈਲੀਵਿਜ਼ਨ ਕੇਂਦਰਾਂ ਦੀ ਸਥਾਪਨਾ ਨਾਲ ਹਜ਼ਾਰਾਂ ਹੀ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਪ੍ਰਾਪਤ ਹੋਇਆ ਹੈ। ਕਲਾਕਾਰਾਂ ਨੂੰ ਆਪਣੀਆਂ ਰਚਨਾਵਾਂ ਪੇਸ਼ ਕਰਨ ਦਾ ਮੌਕਾ ਮਿਲਿਆ ਹੈ। ਇਸ ਨਾਲ ਉਹਨਾਂ ਨੂੰ ਰੋਜੀ ਰੋਟੀ ਪ੍ਰਾਪਤ ਹੋਈ ਹੈ। ਟੈਲੀਵਿਜ਼ਨ
ਕਈਆਂ ਲੋਕਾਂ ਨੂੰ ਅਸਿੱਧੇ ਤੌਰ 'ਤੇ ਵੀ ਰੁਜ਼ਗਾਰ ਦਿੰਦਾ ਹੈ। ਟੈਲੀਵਿਜ਼ਨ ਕੌਮੀ ਏਕਤਾ ਦਾ ਸਾਧਨ। ਟੈਲੀਵਿਜ਼ਨ ਕੌਮੀ ਏਕਤਾ ਦਾ ਇੱਕ ਬਹੁਤ ਵੱਡਾ ਸਾਧਨ ਹੈ। ਇਸ ਰਾਹੀਂ ਅਸੀਂ ਦੇਸ਼ ਪ੍ਰਦੇਸ਼ ਵਿੱਚ ਲੋਕਾਂ ਨੂੰ ਪੇਸ਼ ਆ ਰਹੀਆਂ ਔਕੜਾਂ ਨੂੰ ਸਮਝ ਕੇ ਉਹਨਾਂ ਦੇ ਦੁੱਖ ਵੰਡਾਉਣ ਦਾ ਹਰ ਸੰਭਵ ਯਤਨ ਕਰਦੇ ਹਾਂ। ਇਸ ਤਰ੍ਹਾਂ ਸਾਡੇ ਅੰਦਰ ਕੌਮੀ ਏਕਤਾ ਦੀ ਭਾਵਨਾ ਪੈਦਾ ਹੁੰਦੀ ਹੈ। ਟੈਲੀਵਿਜ਼ਨ ਪ੍ਰਾਪੇਗੰਡਾ ਦਾ ਸਾਧਨ। ਟੈਲੀਵਿਜ਼ਨ ਪ੍ਰਚਾਰ ਜਾਂ ਪ੍ਰਾਪੇਗੰਡਾ ਦਾ ਇੱਕ ਬਹੁਤ ਹੀ ਵਧੀਆ ਸਾਧਨ ਹੈ। ਸਰਕਾਰ ਸਮੇਂ-ਸਮੇਂ ਆਪਣੇ ਐਲਾਨ ਟੈਲੀਵਿਜ਼ਨ ਦੁਆਰਾ ਜਲਦੀ ਪਹੁੰਚਾ ਦਿੰਦੀ ਹੈ। ਸਰਕਾਰ ਦੁਆਰਾ ਪਰਿਵਾਰ ਨਿਯੋਜਨ ਸੰਬੰਧੀ ਕੀਤੇ ਜਾਂਦੇ ਪ੍ਰਚਾਰ ਦਾ ਬਹੁਤ ਅਸਰ ਹੋ ਰਿਹਾ ਹੈ। ਚੋਣਾਂ ਲਈ ਪ੍ਰਚਾਰ ਵੀ ਇਸ ਸਾਧਨ ਦੁਆਰਾ ਬੜਾ ਸਸਤਾ ਪੈਂਦਾ ਹੈ। ਟੈਲੀਵਿਜ਼ਨ ਘਰ ਰਹਿਣ ਵਾਲੀਆਂ ਔਰਤਾਂ ਦੀ ਸਿੱਖਿਆ ਵਿੱਚ ਵੀ ਅਹਿਮ ਭੂਮਿਕਾ ਨਿਭਾ ਰਿਹਾ ਹੈ। ਉਹ ਗ੍ਰਹਿ ਪ੍ਰਬੰਧ, ਰਸੋਈ, ਸਿਲਾਈ, ਕਢਾਈ ਅਤੇ ਬੱਚਿਆਂ ਦੀ ਪਾਲਣਾ ਬਾਰੇ ਜਾਣਕਾਰੀ ਪ੍ਰਾਪਤ ਕਰਦੀਆਂ ਹਨ। ਟੈਲੀਵਿਜ਼ਨ ਦੇਸ਼ ਵਿਦੇਸ਼ ਦੇ ਲੋਕਾਂ ਦਾ ਰਹਿਣ ਸਹਿਣ, ਪਹਿਰਾਵਾ, ਰੁਚੀਆਂ ਅਤੇ ਭੂਗੋਲਿਕ ਸਥਿਤੀਆਂ ਤੋਂ ਜਾਣੂ ਕਰਵਾਉਂਦਾ ਹੈ। ਜਿੱਥੇ ਟੈਲੀਵਿਜ਼ਨ ਦੇ ਇੰਨੇ ਲਾਭ ਹਨ, ਉੱਥੇ ਟੈਲੀਵਿਜ਼ਨ ਦੀਆਂ ਹਾਨੀਆਂ ਵੀ ਹਨ। ਬੇਸ਼ੱਕ ਟੈਲੀਵਿਜ਼ਨ ਵਿਗਿਆਨ ਦੀ ਮਹਾਨ ਦੇਣ ਹੈ, ਪਰੰਤੂ ਇਸ ਦੇ ਚੰਗੇ ਪੱਖਾਂ ਦੇ ਨਾਲ-ਨਾਲ ਕੁਝ ਮਾੜੇ ਪੱਖ ਵੀ ਸਾਹਮਣੇ ਆ ਰਹੇ ਹਨ। ਟੈਲੀਵਿਜ਼ਨ ਇੰਨਾ ਲਾਭਦਾਇਕ ਹੋਣ 'ਤੇ ਵੀ ਇਸ ਦੀਆਂ ਕੁਝ ਹਾਨੀਆਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਟੈਲੀਵਿਜ਼ਨ ਦੀ ਸਭ ਤੋਂ ਵੱਡੀ ਹਾਨੀ ਹੈ ਨਗੇਜਵਾਦ। ਵੱਖ-ਵੱਖ ਟੀਵੀ ਚੈਨਲਾਂ 'ਤੇ ਪ੍ਰਸਾਰਿਤ ਹੋਣ ਵਾਲੇ ਅਸ਼ਲੀਲ ਦ੍ਰਿਸ਼ਾਂ ਦੇ ਪ੍ਰਦਰਸ਼ਨ ਵਿੱਚ ਸ਼ਾਇਦ ਹੁਣ ਮੁਕਾਬਲੇਬਾਜ਼ੀ ਹੋ ਰਹੀ ਹੈ। ਨਗੇਜਵਾਦ ਦਾ ਜਿਵੇਂ ਹੜ੍ਹ ਜਿਹਾ ਹੀ ਆ ਗਿਆ ਹੋਵੇ। ਨਿੱਤ ਨਵੇਂ ਤੋਂ ਨਵੇਂ ਤਰੀਕਿਆਂ ਨਾਲ ਅੱਧ ਨਾਲੋਂ ਵੱਧ ਨੰਗੀਆਂ ਮਾਡਲ ਕੁੜੀਆਂ ਮੁੰਡੇ ਅਜਿਹੇ ਸੀਨ ਪੇਸ਼ ਕਰ ਰਹੇ ਹਨ ਕਿ ਤੁਸੀਂ ਆਪਣੇ ਘਰ ਪਰਿਵਾਰ ਵਿੱਚ ਬੈਠ ਕੇ 1 ਮਿੰਟ ਵੀ ਟੀਵੀ ਨਹੀਂ ਵੇਖ ਸਕਦੇ। ਇਸ ਨੇ ਨਗੇਜਵਾਦ ਨੂੰ ਵਧਾਉਣ ਲਈ ਸੰਗੀਤਿਕ ਵੀਡੀਓ ਮੋਹਰੀ ਰੋਲ ਅਦਾ ਕਰ ਰਹੇ ਹਨ। ਕਲਾਕਾਰਾਂ ਨੂੰ ਭਾਵੇਂ ਗਾਉਣਾ ਆਉਂਦਾ ਹੋਵੇ ਜਾਂ ਨਾ, ਉਹ ਮਾਡਲਾਂ ਨੂੰ ਪੇਸ਼ ਜ਼ਰੂਰ ਕਰਦੇ ਹਨ। ਇਹ ਸਭ ਕੁਝ ਛੇਤੀ ਤੋਂ ਛੇਤੀ ਪੈਸਾ ਕਮਾਉਣ ਦੇ ਲਾਲਚ ਵਿੱਚ ਅਤੇ ਰਾਤੋਂ ਰਾਤ ਸਟਾਰ ਬਣਨ ਦੀ ਮਨਸ਼ਾ ਨਾਲ ਕੀਤਾ ਜਾ ਰਿਹਾ ਹੈ। ਇਹ ਰੁਝਾਨ ਨੌਜਵਾਨ ਪੀੜ੍ਹੀ ਦਾ ਬੇੜਾ ਗਰਕ ਕਰ ਰਿਹਾ ਹੈ। ਟੈਲੀਵਿਜ਼ਨ ਦੇਖਣ ਨਾਲ ਅੱਖਾਂ 'ਤੇ ਬੁਰਾ ਅਸਰ। ਟੈਲੀਵਿਜ਼ਨ ਦੇਖਣ ਨਾਲ ਅੱਖਾਂ 'ਤੇ ਬੁਰਾ ਅਸਰ ਹੁੰਦਾ ਹੈ। ਹਮੇਸ਼ਾ ਟੈਲੀਵਿਜ਼ਨ ਦੇ ਨੇੜੇ ਬੈਠੇ ਰਹਿਣ ਨਾਲ ਅੱਖਾਂ 'ਤੇ ਬਹੁਤ ਮਾੜਾ ਅਸਰ ਪੈਂਦਾ ਹੈ। ਇਸ ਤੋਂ ਇਲਾਵਾ ਟੈਲੀਵਿਜ਼ਨ ਸਕਰੀਨ ਦੀ ਤੇਜ਼ ਰੋਸ਼ਨੀ ਅਤੇ ਰੇਡੀਆਈ ਕਿਰਨਾਂ ਅੱਖਾਂ ਦੀ ਨਜ਼ਰ ਉੱਪਰ ਬੁਰਾ ਅਸਰ ਪਾਉਂਦੀਆਂ ਹਨ। ਬੱਚਿਆਂ ਦੇ ਆਚਰਣ ਉੱਤੇ ਭੈੜਾ ਅਸਰ। ਅੱਜ ਕੱਲ੍ਹ ਟੈਲੀਵਿਜ਼ਨ 'ਤੇ ਦਿੱਤੀਆਂ ਜਾਂਦੀਆਂ ਘਟੀਆ ਕਿਸਮ ਦੀਆਂ ਫਿਲਮਾਂ, ਗੀਤ ਅਤੇ ਹੋਰ ਪ੍ਰੋਗਰਾਮ ਬੱਚਿਆਂ ਦੇ ਆਚਰਣ ਉੱਤੇ ਬਹੁਤ ਭੈੜਾ ਅਸਰ ਪਾ ਰਹੇ ਹਨ। ਵਿਦਿਆਰਥੀ ਪੜ੍ਹਾਈ ਨੂੰ ਛੱਡ ਕੇ ਕ੍ਰਿਕਟ ਦਾ ਮੈਚ ਦੇਖਣਾ ਜ਼ਿਆਦਾ ਪਸੰਦ ਕਰਦੇ ਹਨ। ਕਈ ਵਾਰ ਫਿਲਮਾਂ ਅਤੇ ਨਾਟਕਾਂ ਦੇ ਦ੍ਰਿਸ਼ ਇੰਨੇ ਨਗੇਜਵਾਦੀ ਹੁੰਦੇ ਹਨ ਕਿ ਸਾਊ ਲੋਕ ਉਹਨਾਂ ਨੂੰ ਆਪਣੇ ਪਰਿਵਾਰ ਵਿੱਚ ਬੈਠ ਕੇ ਦੇਖ ਨਹੀਂ ਸਕਦੇ। ਅਸ਼ਲੀਲ ਫਿਲਮਾਂ ਨੌਜਵਾਨਾਂ ਦੇ ਸਦਾਚਾਰ ਅਤੇ ਆਚਰਣ 'ਤੇ ਬਹੁਤ ਬੁਰਾ ਪ੍ਰਭਾਵ ਪਾਉਂਦੀਆਂ ਹਨ। ਨੌਜਵਾਨ ਫਿਲਮੀ ਚਮਕ ਦਮਕ, ਗੁੰਡਾਗਰਦੀ ਅਤੇ ਫੈਸ਼ਨ ਤੋਂ ਪ੍ਰਭਾਵਿਤ ਹੋ ਕੇ ਉਸ ਨੂੰ ਅਸਲ ਜੀਵਨ ਵਿੱਚ ਵੀ
ਅਪਣਾਉਣ ਦੀ ਕੋਸ਼ਿਸ਼ ਕਰਦੇ ਹਨ, ਜਿਸ ਦੇ ਨਤੀਜੇ ਮਾਰੂ ਨਿਕਲਦੇ ਹਨ। ਸੱਭਿਆਚਾਰ ਤੇ ਮਾੜਾ ਪ੍ਰਭਾਵ। ਕੇਬਲ ਟੀਵੀ ਦੇ ਭਿੰਨ ਚੈਨਲਾਂ ਨੇ ਸਾਡੇ ਸੱਭਿਆਚਾਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਜਿਸ ਕਾਰਨ ਇਸ ਉੱਤੇ ਬੜੀ ਤੇਜ਼ੀ ਨਾਲ ਪੱਛਮੀ ਸੱਭਿਆਚਾਰ ਦੀਆਂ ਬੁਰਾਈਆਂ ਦਾ ਰੰਗ ਚੜ੍ਹ ਰਿਹਾ ਹੈ। ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਆਪਣੇ ਸੱਭਿਆਚਾਰ ਅਤੇ ਵਿਰਾਸਤ ਨੂੰ ਭੁੱਲ ਕੇ ਪੱਛਮੀ ਸੱਭਿਆਚਾਰ ਦੇ ਰੰਗ ਵਿੱਚ ਘੁਲਦੀ ਜਾ ਰਹੀ ਹੈ। ਸਮੇਂ ਦੀ ਬਰਬਾਦੀ। ਟੈਲੀਵਿਜ਼ਨ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਸੁਆਦਲੇ ਅਤੇ ਵੰਨ-ਸੁਵੰਨੇ ਪ੍ਰੋਗਰਾਮ ਦੇਖ ਕੇ ਮਨੁੱਖ ਦਾ ਬਹੁਤ ਸਾਰਾ ਸਮਾਂ ਨਸ਼ਟ ਹੁੰਦਾ ਹੈ। ਵਿਦਿਆਰਥੀ ਵੀ ਆਪਣਾ ਕੀਮਤੀ ਸਮਾਂ ਟੈਲੀਵਿਜ਼ਨ ਦੇ ਵੰਨ-ਸੁਵੰਨੇ ਪ੍ਰੋਗਰਾਮ ਦੇਖ ਕੇ ਬਰਬਾਦ ਕਰਦੇ ਹਨ। ਵਿਦਿਆਰਥੀ ਆਪਣੀ ਪੜ੍ਹਾਈ ਤੋਂ ਅਵੇਸਲੇ ਹੋ ਕੇ ਘੰਟਿਆਂ ਬੱਧੀ ਟੈਲੀਵਿਜ਼ਨ ਦੇਖਦੇ ਹਨ। ਘਟੀਆ ਪ੍ਰੋਗਰਾਮ ਬੱਚਿਆਂ ਦੀ ਮਾਨਸਿਕਤਾ ਖਰਾਬ ਕਰਦੇ ਹਨ। ਵਿਦਿਆਰਥੀਆਂ ਦਾ ਸਮਾਂ ਬਹੁਤ ਕੀਮਤੀ ਹੁੰਦਾ ਹੈ, ਜੋ ਕਿ ਪੜ੍ਹਾਈ ਅਤੇ ਖੇਡਾਂ ਵਿੱਚ ਲਾਉਣਾ ਚਾਹੀਦਾ ਹੈ। ਰੌਲੇ ਰੱਪੇ ਵਿੱਚ ਵਾਧਾ। ਟੈਲੀਵਿਜ਼ਨ ਨੇ ਘਰਾਂ ਅਤੇ ਗਲੀ ਮੁਹੱਲਿਆਂ ਵਿੱਚ ਰੌਲੇ ਰੱਪੇ ਨੂੰ ਵੀ ਵਧਾਇਆ ਹੈ। ਘਰਾਂ ਦੇ ਵਿੱਚ ਬੱਚੇ ਉੱਚੀ ਆਵਾਜ਼ ਵਿੱਚ ਟੈਲੀਵਿਜ਼ਨ ਲਗਾ ਛੱਡਦੇ ਹਨ, ਜਿਸ ਨਾਲ ਰੌਲੇ ਰੱਪੇ ਵਿੱਚ ਵਾਧਾ ਹੁੰਦਾ ਹੈ। ਬਹੁਤ ਜ਼ਿਆਦਾ ਸ਼ੋਰ ਦੇ ਨਾਲ ਸਾਡੇ ਕੰਨ ਖਰਾਬ ਹੁੰਦੇ ਹਨ। ਸ਼ੋਰ ਪ੍ਰਦੂਸ਼ਣ ਵਿੱਚ ਵੀ ਵਾਧਾ ਹੁੰਦਾ ਹੈ। ਟੈਲੀਵਿਜ਼ਨ ਦਾ ਲੋਕਾਂ ਦੇ ਸਮਾਜਿਕ ਜੀਵਨ ਉੱਪਰ ਮਾੜਾ ਪ੍ਰਭਾਵ। ਟੈਲੀਵਿਜ਼ਨ ਨੇ ਲੋਕਾਂ ਦੇ ਸਮਾਜਿਕ ਜੀਵਨ ਉੱਪਰ ਬਹੁਤ ਬੁਰਾ ਅਸਰ ਪਾਇਆ ਹੈ। ਲੋਕ ਸ਼ਾਮ ਵੇਲੇ ਇੱਕ ਦੂਜੇ ਦੇ ਘਰ ਜਾਣਾ ਅਤੇ ਇੱਕ ਦੂਜੇ ਨੂੰ ਮਿਲਣਾ ਗਿਲਣਾ ਛੱਡ ਕੇ ਆਪਣੇ ਘਰ ਵਿੱਚ ਟੈਲੀਵਿਜ਼ਨ ਦੇ ਮੂਹਰੇ ਬੈਠਣਾ ਬਹੁਤ ਪਸੰਦ ਕਰਦੇ ਹਨ। ਜਦੋਂ ਮਿੱਤਰ ਜਾਂ ਗੁਆਂਢੀ ਦੂਸਰੇ ਦੇ ਘਰ ਜਾਂਦਾ ਹੈ ਤਾਂ ਉਸ ਨੂੰ ਰੰਗ ਵਿੱਚ ਭੰਗ ਪਾਉਣ ਵਾਲਾ ਸਮਝਿਆ ਜਾਂਦਾ ਹੈ। ਅੱਜ ਕੱਲ੍ਹ ਦੇ ਬੱਚੇ ਵੀ ਟੈਲੀਵਿਜ਼ਨ ਨੂੰ ਘਰ ਆਏ ਹੋਏ ਮਹਿਮਾਨਾਂ ਨਾਲੋਂ ਜ਼ਿਆਦਾ ਅਹਿਮੀਅਤ ਦਿੰਦੇ ਹਨ। ਟੈਲੀਵਿਜ਼ਨ ਕਾਰਨ ਲੋਕਾਂ ਦਾ ਸਮਾਜਿਕ ਮੇਲ ਜੋਲ ਘਟਦਾ ਜਾ ਰਿਹਾ ਹੈ। ਵਿਦਿਅਕ ਮਿਆਰ ਵਿੱਚ ਗਿਰਾਵਟ। ਵਿਦਿਆਰਥੀਆਂ ਦੁਆਰਾ ਆਪਣਾ ਜ਼ਿਆਦਾ ਸਮਾਂ ਟੈਲੀਵਿਜ਼ਨ 'ਤੇ ਨਸ਼ਟ ਕਰਨ ਦੇ ਨਾਲ ਵਿੱਦਿਆ ਦੇ ਮਿਆਰ ਵਿੱਚ ਵੀ ਗਿਰਾਵਟ ਆ ਰਹੀ ਹੈ। ਟੈਲੀਵਿਜ਼ਨ ਉੱਤੇ ਦੇਖੇ ਜਾਂਦੇ ਘਟੀਆ ਪ੍ਰੋਗਰਾਮ ਵਿਦਿਆਰਥੀਆਂ ਦੇ ਆਚਰਣ 'ਤੇ ਬੁਰਾ ਅਸਰ ਪਾ ਰਹੇ ਹਨ। ਵਿਦਿਆਰਥੀ ਕਿਤਾਬਾਂ ਨੂੰ ਛੱਡ ਕੇ ਟੈਲੀਵਿਜ਼ਨ ਅੱਗੇ ਪ੍ਰੋਗਰਾਮ ਦੇਖਣ ਵਿੱਚ ਆਪਣੀ ਸ਼ਾਨ ਸਮਝਦੇ ਹਨ। ਕਈ ਵਿਦਿਆਰਥੀ ਤਾਂ ਪ੍ਰੀਖਿਆ ਦੇ ਦਿਨਾਂ ਵਿੱਚ ਵੀ ਬਹੁਤ ਜ਼ਿਆਦਾ ਟੈਲੀਵਿਜ਼ਨ ਦੇਖਦੇ ਹਨ, ਜਿਸ ਕਰਕੇ ਉਹਨਾਂ ਦੀ ਪੜ੍ਹਾਈ 'ਤੇ ਬਹੁਤ ਬੁਰਾ ਅਸਰ ਪੈਂਦਾ ਹੈ। ਸਰਕਾਰ ਦੀ ਜ਼ਿੰਮੇਵਾਰੀ। ਸਰਕਾਰ ਦਾ ਸਭ ਤੋਂ ਪਹਿਲਾ ਫਰਜ਼ ਇਹ ਬਣਦਾ ਹੈ ਕਿ ਉਹ ਸੰਗੀਤਿਕ ਵੀਡੀਓ ਲਈ ਸੈਂਸਰ ਬੋਰਡ ਬਣਾਵੇ ਅਤੇ ਉਸ ਨੂੰ ਸਖਤੀ ਨਾਲ ਲਾਗੂ ਕਰੇ। ਇਸ ਬੋਰਡ ਵਿੱਚ ਸੂਝਵਾਨ ਪੜ੍ਹੇ ਲਿਖੇ ਬੁੱਧੀਜੀਵੀਆਂ ਨੂੰ ਮੈਂਬਰ ਬਣਾ ਲਿਆ ਜਾਵੇ, ਜੋ ਸਾਡੇ ਦੇਸ਼ ਦੀ ਸੰਸਕ੍ਰਿਤੀ ਅਤੇ ਸੱਭਿਆਚਾਰ ਤੋਂ ਜਾਣੂ ਹੋਣ। ਅਸ਼ਲੀਲ ਪ੍ਰੋਗਰਾਮ ਪ੍ਰਸਾਰਿਤ ਕਰਨ ਵਾਲੇ ਨਿੱਜੀ ਟੀਵੀ ਚੈਨਲਾਂ ਦੇ ਮਾਲਕਾਂ ਲਈ ਵੀ ਕਾਨੂੰਨੀ ਸਜ਼ਾ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਦੇਸ਼ ਦੀ ਸੰਸਕ੍ਰਿਤੀ ਤੇ ਸੱਭਿਆਚਾਰ ਨਾਲ ਸੰਬੰਧਿਤ ਪ੍ਰੋਗਰਾਮਾਂ ਨੂੰ ਸਰਕਾਰੀ ਤੇ ਨਿੱਜੀ ਚੈਨਲਾਂ 'ਤੇ ਘੱਟੋ-ਘੱਟ ਦਰਾਂ ਨਾਲ ਪ੍ਰਸਾਰਿਤ ਕਰੇ। ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਵਾਲੇ ਨਿਰਮਾਤਾਵਾਂ ਤੇ ਕਲਾਕਾਰਾਂ ਨੂੰ ਹੱਲਾਸ਼ੇਰੀ ਦੇਣ ਲਈ ਇਨਾਮਾਂ ਨਾਲ ਵੀ ਸਨਮਾਨਿਤ ਕਰਨਾ ਚਾਹੀਦਾ ਹੈ। ਇਹ ਪ੍ਰੋਗਰਾਮ ਮਨੋਰੰਜਨ ਕਰ ਮੁਕਤ ਵੀ ਕੀਤੇ ਜਾਣੇ ਚਾਹੀਦੇ ਹਨ। ਟੈਲੀਵਿਜ਼ਨ ਸਟਾਫ ਦੀ ਜ਼ਿੰਮੇਵਾਰੀ। ਟੈਲੀਵਿਜ਼ਨ ਸਟਾਫ ਨੂੰ ਵੀ ਆਪਣੀ ਸੱਭਿਅਤਾ ਪ੍ਰਤੀ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਇਸ ਨਗੇਜਵਾਦ ਨੂੰ ਬੰਦ ਕਰਕੇ ਸਹੀ ਪਹਿਰਾਵੇ ਅਤੇ ਸਾਫ਼ ਸੁਥਰੇ
ਫਿਲਮਾਂਕਣ ਦਿਖਾਉਣੇ ਚਾਹੀਦੇ ਹਨ। ਸਭ ਤੋਂ ਵੱਡੀ ਗੱਲ, ਚੈਨਲਾਂ ਵਾਲਿਆਂ ਨੂੰ ਇਹਨਾਂ ਨਵੇਂ ਗਾਇਕਾਂ ਤੋਂ ਮਿਲਦੀ ਮੂੰਹ ਮੰਗੀ ਕਮਾਈ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਬਿਨਾਂ ਸੋਚੇ ਸਮਝੇ ਤੋਂ ਇਹਨਾਂ ਅਸ਼ਲੀਲ ਵੀਡੀਓਜ਼ ਨੂੰ ਰਿਲੀਜ਼ ਜਾਂ ਇਹਨਾਂ ਦੀ ਮਸ਼ਹੂਰੀ ਨਹੀਂ ਕਰਨੀ ਚਾਹੀਦੀ। ਹਰ ਇੱਕ ਨੂੰ ਸਧਾਰਨ ਪਹਿਰਾਵੇ ਤੇ ਉੱਚੀ ਸੋਚ ਦਾ ਮਾਲਕ ਹੋਣਾ ਚਾਹੀਦਾ ਹੈ। ਨਿਰਸਵਾਰਥ ਸੇਵਾ ਵਿੱਚ ਹੀ ਸਾਡਾ ਵਡੱਪਣ ਤੇ ਮਾਣ ਹੈ। ਲੋਕਾਂ ਦੀ ਜ਼ਿੰਮੇਵਾਰੀ, ਲੋਕਾਂ ਨੂੰ ਵੀ ਚਾਹੀਦਾ ਹੈ ਕਿ ਇਸ ਵਿਰੁੱਧ ਇਕੱਠੇ ਹੋ ਕੇ ਹੰਭਲਾ ਮਾਰਨ। ਸਿਆਸੀ, ਧਾਰਮਿਕ ਸੰਸਥਾਵਾਂ, ਨੌਜਵਾਨ ਸਭਾਵਾਂ ਅਤੇ ਕਲੱਬਾਂ ਨੂੰ ਚਾਹੀਦਾ ਹੈ ਕਿ ਕਿਤੇ ਵੀ ਫਿਲਮਾਏ ਜਾ ਰਹੇ ਅਜਿਹੇ ਅਖੌਤੀ ਅਖਾੜੇ ਦੇ ਸੀਨਾਂ ਦਾ ਬਾਈਕਾਟ ਕਰਨ। ਮਾਪਿਆਂ ਤੇ ਅਧਿਆਪਕਾਂ ਨੂੰ ਵੀ ਟੀਵੀ ਚੈਨਲਾਂ ਤੇ ਬੱਚਿਆਂ ਨੂੰ ਅਸ਼ਲੀਲ ਪ੍ਰੋਗਰਾਮ ਨਾ ਦੇਖਣ ਦੀ ਪ੍ਰੇਰਨਾ ਦੇਣੀ ਚਾਹੀਦੀ ਹੈ। ਅਖਬਾਰਾਂ ਤੇ ਰਿਸਾਲਿਆਂ ਦੇ ਮਾਲਕਾਂ ਤੇ ਸੰਪਾਦਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਅਜਿਹੇ ਪ੍ਰੋਗਰਾਮਾਂ ਦੀਆਂ ਫੋਟੋਆਂ ਛਾਪ ਕੇ ਇਹਨਾਂ ਨੂੰ ਹੱਲਾਸ਼ੇਰੀ ਨਾ ਦੇਣ। ਸਾਰੰਸ਼, ਉਪਰੋਕਤ ਸਾਰੀ ਚਰਚਾ ਤੋਂ ਅਸੀਂ ਇਸ ਸਿੱਟੇ ਤੇ ਪੁੱਜਦੇ ਹਾਂ ਕਿ ਟੈਲੀਵਿਜ਼ਨ ਆਧੁਨਿਕ ਵਿਗਿਆਨ ਦੀ ਇੱਕ ਅਦਭੁਤ ਕਾਢ ਹੈ। ਇਸ ਦੇ ਵਿਕਾਸ ਤੋਂ ਬਿਨਾਂ ਵਰਤਮਾਨ ਸੱਭਿਆਚਾਰ ਉੱਨਤੀ ਨਹੀਂ ਕਰ ਸਕਦਾ। ਇਹ ਵਰਤਮਾਨ ਮਨੁੱਖਾਂ ਦੇ ਮਨ ਪਰਚਾਵੇ ਦਾ ਜ਼ਰੂਰੀ ਸਾਧਨ ਹੈ। ਘਰ ਬੈਠੇ ਸਾਰੀ ਦੁਨੀਆ ਨਾਲ ਜੋੜਨ ਦਾ ਕੰਮ ਕਰਦਾ ਹੈ, ਪਰ ਤਾਂ ਵੀ ਇਸ ਸਾਧਨ ਦੀਆਂ ਕੁਝ ਸੀਮਾਵਾਂ ਹਨ। ਜਿੱਥੇ ਲਾਭ ਹੁੰਦੇ ਹਨ ਉੱਥੇ ਕੁਝ ਹਾਨੀਆਂ ਵੀ ਹੁੰਦੀਆਂ ਹਨ। ਹਾਨੀ ਲਾਭ ਸਭ ਕੁਝ ਮਨੁੱਖ ਦੀ ਵਰਤੋਂ 'ਤੇ ਨਿਰਭਰ ਕਰਦਾ ਹੈ। ਚੀਜ਼ ਕੋਈ ਵੀ ਮਾੜੀ ਨਹੀਂ ਹੁੰਦੀ, ਸਗੋਂ ਉਸ ਦੀ ਵਰਤੋਂ ਹੀ ਉਸ ਨੂੰ ਮਾੜਾ ਬਣਾ ਦਿੰਦੀ ਹੈ। ਉਂਝ ਦੇਖਿਆ ਜਾਵੇ ਤਾਂ ਟੈਲੀਵਿਜ਼ਨ ਸਾਡੇ ਜੀਵਨ ਦਾ ਇੱਕ ਮਹੱਤਵਪੂਰਨ ਅੰਗ ਬਣ ਚੁੱਕਾ ਹੈ। ਜੇਕਰ ਇਸ ਉੱਪਰ ਪੇਸ਼ ਕੀਤੇ ਪ੍ਰੋਗਰਾਮ ਸਾਡੀਆਂ ਕਦਰਾਂ ਕੀਮਤਾਂ ਦੀ ਉਲੰਘਣਾ ਨਾ ਕਰਨ ਤਾਂ ਇਹ ਸਾਧਨ ਨਿਰੋਲ ਉਸਾਰੂ ਹੋ ਸਕਦਾ ਹੈ। ਲੋੜ ਇਸ ਗੱਲ ਦੀ ਹੈ ਕਿ ਇਸ ਸਾਧਨ ਦੀ ਵਰਤੋਂ ਲਾਭ ਦੇ ਉਦੇਸ਼ ਨਾਲ ਕੀਤੀ ਜਾਵੇ। ਟੈਲੀਵਿਜ਼ਨ ਅਧਿਕਾਰੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਟੈਲੀਵਿਜ਼ਨ 'ਤੇ ਅਜਿਹੇ ਪ੍ਰੋਗਰਾਮ ਨਾ ਦਿਖਾਉਣ ਜਿਨ੍ਹਾਂ ਦਾ ਨੌਜਵਾਨ ਪੀੜ੍ਹੀ 'ਤੇ ਮਾੜਾ ਅਸਰ ਹੋਵੇ। ਇਸ ਦੇ ਪ੍ਰੋਗਰਾਮ ਦਾ ਪ੍ਰਬੰਧ ਕਰਨ ਵਾਲੇ ਲੋਕਾਂ ਅਤੇ ਸਰਕਾਰ ਨੂੰ ਇਸ ਨੂੰ ਵੱਧ ਤੋਂ ਵੱਧ ਉਸਾਰੂ ਰੋਲ ਅਦਾ ਕਰਨ ਦੇ ਯੋਗ ਬਣਾਉਣਾ ਚਾਹੀਦਾ ਹੈ। ਇਸ ਉੱਪਰ ਆਉਂਦੀਆਂ ਮਸ਼ਹੂਰੀਆਂ ਤੋਂ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਮਾਂ-ਬਾਪ ਬੱਚਿਆਂ ਦੀ ਅਗਵਾਈ ਕਰਨ ਤਾਂ ਜੋ ਉਹ ਇਸ ਤੋਂ ਠੀਕ ਸਿੱਖਿਆ ਪ੍ਰਾਪਤ ਕਰ ਸਕਣ। ਇਸ ਲਈ ਲੋੜ ਹੈ ਟੈਲੀਵਿਜ਼ਨ ਦੀ ਵਰਤੋਂ ਸੋਚ ਸਮਝ ਅਤੇ ਸੰਜਮ ਵਿੱਚ ਰਹਿ ਕੇ ਕਰਨ ਦੀ, ਤਾਂ ਜੋ ਇਹ ਸਰਾਪ ਬਣਨ ਦੀ ਥਾਂ ਵਰਦਾਨ ਬਣਿਆ ਰਹੇ। ਇਹ ਸੀ 8ਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਿਲ ਲੇਖ ਟੈਲੀਵਿਜ਼ਨ ਦੇ ਲਾਭ ਹਾਨੀਆਂ, ਜਿਸ ਬਾਰੇ ਅਸੀਂ ਗੱਲਬਾਤ ਕੀਤੀ ਹੈ। ਧੰਨਵਾਦ।